ਸਾਰੇ ਹੀ ਸਾਥੀਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਗੁਰਮਤਿ ਕਾਵਿ ਬਾਰੇ ਤੇ ਗੁਰਮਤਿ ਕਾਵਿ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ। ਆਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਸਮਝਦੇ ਹਾਂ ਗੁਰਮਤਿ ਕਾਵਿ। ਗੁਰਮਤਿ ਕਾਵਿ ਹੈ ਉਹ ਦੋ ਸ਼ਬਦਾਂ ਨਾਲ ਬਣਿਆ ਹੈ, ਗੁਰਮਤਿ ਤੇ ਕਾਵਿ। ਗਾ ਜਿਹੜਾ ਗੁਰਮਤਿ ਸ਼ਬਦ ਹੈ ਉਹ ਵੀ ਦੋ ਸ਼ਬਦਾਂ ਨਾਲ ਬਣਿਆ ਹੈ, ਗੁਰੂ ਪਲਸ ਮਤ। ਕਹਿਣ ਦਾ ਭਾਵ ਗੁਰੂ ਦੀ ਮਤ, ਗੁਰੂ ਦੀ ਜੀਵਨ ਜਾਚ, ਗੁਰੂ ਦਾ ਸਿਧਾਂਤ। ਹੋਰ ਜਿਹੜਾ ਕਾਵਿ ਸ਼ਬਦ ਹੈਗਾ ਹੈ ਉਸ ਦਾ ਅਰਥ ਸਾਹਿਤਕਤਾ ਤੋਂ ਲਿਆ ਗਿਆ ਹੈ। ਇਹ ਸਾਹਿਤਕਤਾ ਨਾਲ ਸੰਬੰਧਿਤ ਹੈ। ਭਾਵੇਂ ਨੇ ਇਹਦੀ ਪਰਿਭਾਸ਼ਾ ਦਿੱਤੀ ਹੈ ਸ਼ਬਦ ਤੇ ਅਰਥ ਦਾ ਸਹਿਭਾਵ। ਤੇ ਗੁਰਮਤਿ ਕਾਵਿ ਧਾਰਾ ਦੇ ਅੰਤਰਗਤ ਗੁਰਬਾਣੀ ਨਾਲ ਸੰਬੰਧਿਤ ਗੁਰੂ, ਗੁਰਮਤਿ ਵਿਚਾਰਧਾਰਾ ਨਾਲ ਸੰਬੰਧਿਤ ਜਿਹੜੇ ਲਿਖਾਰੀ ਹਨ ਉਹਨਾਂ ਨੂੰ ਲਿੱਤਾ ਜਾਂਦਾ ਹੈ। ਤੇ ਇਸ ਸਾਹਿਤ ਦੀ ਸਿਰਜਣਾ ਹੈ ਜਿਹੜੀ ਉਹ 12ਵੀਂ ਤੋਂ 18ਵੀਂ ਸਦੀ ਦੇ ਵਿੱਚ ਹੋਈ ਹੈ। 12ਵੀਂ ਸਦੀ ਦੇ ਕਵੀ ਨੇ ਬਾਬਾ ਫਰੀਦ ਜੀ, ਤੇ ਜਿਹੜੀ 18ਵੀਂ ਸਦੀ ਤੱਕ ਗੁਰੂ ਗੋਬਿੰਦ ਸਿੰਘ ਜੀ ਤੱਕ, ਔਰ ਉਹਨਾਂ ਤੋਂ ਬਾਅਦ ਗੁਰਮਤਿ ਵਿਚਾਰਧਾਰਾ ਨਾਲ ਸੰਬੰਧਿਤ ਜਿਹੜੇ ਲਿਖਾਰੀ ਹਨ ਉਹ ਸ਼ਾਮਲ ਕੀਤੇ ਜਾਂਦੇ ਹਨ। ਤੇ ਗੁਰਮਤਿ ਵਿਚਾਰਧਾਰਾ ਹੈ ਜਿਹੜੀ ਉਹ ਸੰਵਾਦ ਰਚਾਉਂਦੀ ਹੈ ਸਿੱਧਨਾਥ ਤੇ ਸੰਤ ਸੰਪਰਦਾਇ ਦੇ ਨਾਲ, ਭਾਰਤੀ ਸੱਭਿਆਚਾਰ ਦੇ ਨਾਲ, ਸਾਮੀ ਸੱਭਿਆਚਾਰ ਦੇ ਨਾਲ। ਇਹਦੇ ਜਿਹੜੇ ਸੋਮੇ ਹਨ ਇਹ ਮਿਲਦੇ ਹਨ ਸਾਨੂੰ ਸਿੱਧਨਾਥ ਤੇ ਸੰਤ ਤੋਂ, ਜਿਹੜੇ ਸੰਪਰਦਾਇ ਹਨ ਉਹਨਾਂ ਤੋਂ ਸੰਬੰਧਿਤ। ਜਿਹੜਾ ਗੁਰਬਾਣੀ ਦਾ ਕੇਂਦਰੀ ਪ੍ਰਬੰਧ ਹੈ ਉਹ ਅਧਿਆਤਮਕ ਹੈ ਤੇ ਪਰਮਾਰਥ ਬਾਰੇ ਹੈ। ਇਸ ਦੇ ਵਿੱਚ ਨੈਤਿਕਤਾ ਦੇ ਸੰਕਲਪ ਨੂੰ, ਪਰਮਾਰਥ ਨੂੰ, ਅਧਿਆਤਮਕਤਾ ਨੂੰ ਜ਼ਿਆਦਾ ਪਹਿਲ ਦਿੱਤੀ ਗਈ ਹੈ। ਤੇ ਗੁਰਬਾਣੀ ਦੇ ਅੰਦਰ ਜਿਹੜੇ ਵਿਰੋਧੀ ਜੁੱਟ ਹਨ ਉਹ ਹੈ ਸੱਚ ਤੇ ਕੂੜ। ਸੱਚ ਤੇ ਕੂੜ, ਸੱਚ ਤੇ ਝੂਠ ਵੀ ਕਹਿ ਸਕਦੇ ਹਾਂ। ਇਸ ਬਾਰੇ ਵਿਚਾਰ ਪੇਸ਼ ਹੋਏ ਹੈ, ਅਧਿਆਤਮ ਬਾਰੇ, ਪਰਮਾਰਥ ਬਾਰੇ। ਹੁਣ ਆਪਾਂ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਦੋ ਮਤ ਪ੍ਰਚਲਿਤ ਹਨ। ਜਿਹੜਾ ਪਹਿਲਾ ਮਤ ਹੈ ਉਹ ਹੈਗਾ ਪੁਰਾਤਨ ਜਨਮ ਸਾਖੀ ਅਨੁਸਾਰ। ਜਿਹੜੀ ਪੁਰਾਤਨ ਜਨਮ ਸਾਖੀ ਹੈ ਉਸ ਦੇ ਵਿੱਚ 15 ਅਪ੍ਰੈਲ 1469 ਇਹ ਜਨਮ ਤਿਥੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਹੈ, ਜਿਹੜਾ ਵਿਸਾਖ ਦੇ ਮਹੀਨੇ 'ਚ ਬਣਦਾ ਹੈ। ਦੂਜਾ ਮਤ ਹੈ ਉਹ ਹੈ ਭਾਈ ਬਾਲੇ ਵਾਲੀ ਜਨਮ ਸਾਖੀ, ਜਿਹੜੀ ਕਿ ਕੱਤਕ ਪੂਰਨਮਾਸੀ 1469 ਲਿਖਿਆ ਗਿਆ ਹੈ ਉਸ ਵਿੱਚ ਜਨਮ। ਤੇ ਆਪਾਂ ਵੀ ਕੱਤਕ ਦੀ ਪੂਰਨਮਾਸੀ ਨੂੰ ਹੀ ਗੁਰੂ ਸਾਹਿਬ ਦਾ ਜਨਮ ਦਿਨ ਮਨਾਉਂਦੇ ਹਾਂ। ਕੱਤਕ ਦੀ ਪੂਰਨਮਾਸੀ 1469 ਈਸਵੀ ਇਹ ਆਉਂਦੀ ਹੈ 1526 ਬਿਕਰਮੀ। ਆਪਾਂ ਨੂੰ ਇਹ ਗੱਲ ਪਤਾ ਹੀ ਹੈ ਕਿ ਈਸਵੀ ਦੇ ਅੰਦਰ ਜਦੋਂ ਆਪਾਂ 57 ਜੋੜਾਂਗੇ ਤਾਂ ਬਿਕਰਮੀ ਆ ਜਾਵੇਗਾ ਤੇ ਬਿਕਰਮੀ ਬਣੇਗੀ 1526 ਬਿਕਰਮੀ। ਹੁਣ ਇਸ ਦੇ ਵਿੱਚ ਆ ਹੈ ਕਿ ਪੇਪਰ ਦੇ ਵਿੱਚ ਆਪਾਂ ਨੂੰ ਬਿਲਕੁਲ ਕਨਫਿਊਜ਼ ਨਹੀਂ ਹੋਣਾ, ਆਪਣੇ ਦਿਮਾਗ 'ਚ ਕਲੀਅਰ ਹੋਣਾ ਚਾਹੀਦਾ ਕਿ ਸਭ ਤੋਂ ਪਹਿਲੀ ਗੱਲ, ਜੇ ਪੁਰਾਤਨ ਜਨਮ ਸਾਖੀ ਦੇ ਅਨੁਸਾਰ ਆਪਣੇ ਤੋਂ ਜਨਮ ਪੁੱਛਿਆ ਗਿਆ ਤਾਂ ਆਪਾਂ ਲਿਖਾਂਗੇ 15 ਅਪ੍ਰੈਲ 1469। ਹੋਰ ਜੇ ਆਪਾਂ ਤੋਂ ਪੁੱਛਿਆ ਗਿਆ ਹੈ ਬਾਲੇ ਵਾਲੀ ਜਨਮ ਸਾਖੀ ਦੇ ਅਨੁਸਾਰ ਫਿਰ ਆਪਾਂ ਲਿਖਾਂਗੇ ਕੱਤਕ ਦੀ ਪੂਰਨਮਾਸੀ 1469। ਹੋਰ ਜੇ ਆ ਦੋਨੋਂ ਹੀ ਨਹੀਂ ਦਿੱਤੇ ਗਏ ਫਿਰ ਗੁਰੂ ਨਾਨਕ ਦੇਵ ਜੀ ਦਾ ਜਨਮ ਪੁੱਛਿਆ ਜਾਂਦਾ ਹੈ, ਫਿਰ ਆਪਾਂ ਲਿਖਾਂਗੇ ਕੱਤਕ ਦੀ ਪੂਰਨਮਾਸੀ 1469, ਕਿਉਂਕਿ ਭਾਰਤ ਦੇ ਅੰਦਰ ਰਵਾਇਤ ਅਨੁਸਾਰ ਇਸ ਦਿਨ ਹੀ ਛੁੱਟੀ ਹੁੰਦੀ ਹੈ, ਹੋਰ ਲੋਕ ਇਸੇ ਦਿਨ ਮਨਾਉਂਦੇ ਹੈ। ਤਾਂ ਆਪਾਂ ਜੇ ਇਹਨਾਂ ਦੋਨਾਂ ਚੋਂ ਨਾਮ ਨਹੀਂ ਦਿੱਤਾ ਹੁੰਦਾ ਫਿਰ ਆਪਾਂ ਇਸ ਆਪਸ਼ਨ ਤੇ ਜਾਵਾਂਗੇ ਕੱਤਕ ਦੀ ਪੂਰਨਮਾਸੀ। ਤੇ ਇਸ ਵਿੱਚ ਕੋਈ ਕਨਫਿਊਜ਼ ਨਹੀਂ ਹੈ। ਤੁਸੀਂ ਪ੍ਰਸ਼ਨ ਪੜ੍ਹਨਾ ਔਰ ਪ੍ਰਸ਼ਨ ਪੜ੍ਹਨ ਤੋਂ ਬਾਅਦ ਉਹਦਾ ਉੱਤਰ ਦੇ ਦੇਣਾ। ਗੁਰੂ ਸਾਹਿਬ ਜੀ ਦੇ ਪਿਤਾ ਜੀ ਮਹਿਤਾ ਕਾਲੂ, ਮਾਤਾ ਤ੍ਰਿਪਤਾ, ਉਹਨਾਂ ਦੀ ਭੈਣ ਸੀ ਨਾਨਕੀ, ਤੇ ਉਹਨਾਂ ਦੇ ਜੀਜਾ ਜੀ ਨਾਨਕੀ ਦੇ ਘਰ ਵਾਲੇ ਜੈਰਾਮ। ਉਹਨਾਂ ਦੇ ਦੋ ਪੁੱਤਰ ਹੋਏ ਨੇ, ਸ੍ਰੀ ਚੰਦ ਤੇ ਲਖਮੀ ਚੰਦ। ਸ੍ਰੀ ਚੰਦ ਸੀ ਉਹ ਉਦਾਸੀ ਸੰਪਰਦਾਇ ਨਾਲ ਸੰਬੰਧਿਤ ਸੀ, ਔਰ ਲਖਮੀ ਚੰਦ ਗ੍ਰਸਤ ਜੀਵਨ ਦੇ ਵਿੱਚ ਰਹਿੰਦੇ ਸਨ। ਇਹ ਉਹਨਾਂ ਦੇ ਪਰਿਵਾਰ ਬਾਰੇ ਸੀਗੇ। ਹੋਰ ਉਹਨਾਂ ਨੇ ਜਿਹੜੀ ਰਵਾਇਤੀ ਸਿੱਖਿਆ ਸੀ ਉਹ ਪਿੰਡ ਦੇ ਹੀ ਪਾਂਦੇ ਗੋਪਾਲ ਜੀ ਤੋਂ ਲਿੱਤੀ ਸੀ। ਔਰ ਉਸ ਤੋਂ ਬਾਅਦ ਸੰਸਕ੍ਰਿਤ ਸਿੱਖਿਆ ਹੈ ਜਿਹੜੀ ਉਹ ਬ੍ਰਿਜਲਾਲ ਤੋਂ ਲਿੱਤੀ ਹੈ। ਔਰ ਉਸ ਤੋਂ ਬਾਅਦ ਜਿਹੜੀ ਫਾਰਸੀ ਅੱਖਰ ਨੇ ਉਹ ਸਿੱਖੇ ਹੈ ਮੌਲਵੀ ਕੁਤਬਦੀਨ ਤੋਂ।
ਮੌਲਵੀ ਕੁਤਬਦੀਨ ਤੋਂ ਫਾਰਸੀ ਅੱਖਰ ਸਿੱਖੇ। ਗੁਰੂ ਸਾਹਿਬਾਂ ਨੇ ਜਦੋਂ ਉਹ ਵੇਈ ਨਦੀ 'ਚ ਗਏ ਔਰ ਵਾਪਸ ਵੇਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਉਪਦੇਸ਼ ਦਿੱਤਾ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਤਾਂ ਇਹ ਜਿਹੜਾ ਉਪਦੇਸ਼ ਹੈ ਇਹ ਗੁਰੂ ਸਾਹਿਬਾਂ ਦਾ ਪਹਿਲਾ ਉਪਦੇਸ਼ ਹੈਗਾ ਹੈ ਵੇਈ ਨਦੀ ਤੋਂ ਨਿਕਲਣ ਤੋਂ ਬਾਅਦ। ਆ ਵੀ ਪ੍ਰਸ਼ਨ ਆ ਸਕਦਾ ਹੈ। ਉਸ ਤੋਂ ਬਾਅਦ ਗੁਰੂ ਜੀ ਨੇ ਉਦਾਸੀਆਂ ਕੀਤੀਆਂ ਔਰ ਉਦਾਸੀਆਂ ਤੋਂ ਬਾਅਦ ਜਿਹੜਾ ਅਖੀਰਲਾ 18 ਸਾਲ ਨੇ ਉਹ ਕਰਤਾਰਪੁਰ ਵਿਖੇ ਗੁਜ਼ਾਰੇ ਔਰ ਉਹਨਾਂ ਨੇ ਉੱਥੇ ਹੀ ਗੁਰਤਾ ਗੱਦੀ ਹੈ ਭਾਈ ਲਹਿਣਾ ਜੀ ਨੂੰ, ਜਿਹਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਕੇ ਆਪਣਾ ਇੱਕ ਅੰਗ ਸਮਝ ਕੇ ਅੰਗਦ ਦੇਵ ਜੀ ਨਾਮ ਰੱਖਿਆ ਔਰ ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ। ਉਹਨਾਂ ਦੀ ਰਚਨਾਵਾਂ ਦੇ ਬਾਰੇ ਗੱਲ ਕਰੀਏ, ਕਿਉਂਕਿ ਆਪਣੇ ਸਿਲੇਬਸ ਦੇ ਅੰਦਰ ਸਾਹਿਤਕਤਾ ਦੇ ਬਾਰੇ ਹੈ ਤੇ ਸਾਹਿਤ ਦੇ ਅੰਦਰ ਉਹਨਾਂ ਦੀ ਰਚਨਾਵਾਂ ਦੇ ਅੰਦਰ ਜੇ ਆਪਾਂ ਸ਼ਾਮਿਲ ਕਰੀਏ ਤੇ 19 ਰਾਗਾਂ ਦੇ ਵਿੱਚ 958 ਸ਼ਬਦ ਨੇ। ਇਹ ਜਿਹੜੇ 19 ਰਾਗਾਂ 'ਚ 958 ਸ਼ਬਦ ਨੇ ਰਤਨ ਸਿੰਘ ਜੱਗੀ ਤੇ ਜਗਬੀਰ ਸਿੰਘ ਦੇ ਅਨੁਸਾਰ ਨੇ। ਹੋਰ ਉਹਨਾਂ ਦੀਆਂ ਵੱਡ ਆਕਾਰੀ ਰਚਨਾਵਾਂ ਨੇ ਜਪਜੀ ਸਾਹਿਬ, ਪੱਟੀ, ਥਿੱਥੀ, ਦਖਣੀ ਓਂਕਾਰ, ਸਿੱਧ ਗੋਸ਼ਟ, ਬਾਰਾਵਾ। ਇਹ ਵੱਡੀਆਂ ਰਚਨਾਵਾਂ ਨੇ, ਇਹਦੇ ਬਾਰੇ ਵੀ ਆਪਾਂ ਇੱਕ ਇੱਕ ਕਰਕੇ ਚਰਚਾ ਕਰਾਂਗੇ। ਉਸ ਤੋਂ ਬਾਅਦ ਵਾਰਾਂ ਦੇ ਵਿੱਚ 3 ਵਾਰਾਂ ਗੁਰੂ ਸਾਹਿਬ ਨੇ ਰਚੀਆਂ, ਆਸਾ, ਮਾਝ ਤੇ ਮਲਾਰ। ਸਭ ਤੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਔਰ ਬਾਬੇ ਨਾਨਕ ਦੀ ਵੀ ਪਹਿਲੀ ਵਾਰ ਹੈ, ਉਹ ਹੈ ਆਸਾ ਦੀ ਵਾਰ। ਫਿਰ ਆਸਾ, ਮਾਝ ਤੇ ਮਲਾਰ 3 ਵਾਰਾਂ ਹੈ ਗੁਰੂ ਸਾਹਿਬ ਨੇ ਰਚੀਆਂ ਨੇ। ਇਹਨਾਂ ਬਾਰੇ ਵੀ ਆਪਾਂ ਵਿਸਤਾਰ ਨਾਲ ਅੱਗੇ ਚਰਚਾ ਕਰਾਂਗੇ। ਤੇ 3 ਵਾਰਾਂ ਹੈ, ਉਹਨੂੰ ਯਾਦ ਰੱਖਣ ਦਾ ਇੱਕ ਸੂਤਰ ਮੈਂ ਬਣਾਇਆ ਹੋਇਆ ਹੈ, ਮੰਮਾ ਆ। ਮੈਨੂੰ ਆਪਣੀ ਮੰਮੀ ਨੂੰ ਆਵਾਜ਼ ਦਈਏ, ਮੰਮਾ ਆ। ਤੇ ਮੰਮਾ ਆ ਤੋਂ ਬਣਿਆ, ਮੈਂ ਤੋਂ ਮਲਾਰ, ਮਾਂ ਤੋਂ ਮਾਝ ਤੇ ਆ ਤੋਂ ਆਸਾ। ਆਸਾ ਦੀ ਵਾਰ ਲਘੂ ਰੂਪਕਾਰ ਨੇ, ਉਹਨੇ ਚੋਪਦੇ, ਅਸ਼ਟਪਦੇ, ਸੋਲਹੇ, ਛੰਤ ਤੇ ਸਲੋਕ। ਇਹਦਾ ਵੀ ਦੇਖੋ ਤੁਸੀਂ 4 ਦੂਣੀ 8 ਔਰ 8 ਦੂਣੀ 16 ਆ ਹੈ। ਚੌਪਦੇ, ਅਸ਼ਟਪਦੇ, ਸੋਲਹੇ ਤੇ ਛੰਤ ਤੇ ਸਲੋਕ। ਇਸ ਤਰੀਕੇ ਨਾਲ ਆਪਾਂ ਨੂੰ ਯਾਦ ਰਹਿ ਜਾਏਗਾ। ਤੇ ਜੇ ਬਾਹਰੀ ਰਚਨਾਵਾਂ ਦੀ ਗੱਲ ਕਰੀਏ, ਕਈ ਰਚਨਾ ਹੋਰ ਵੀ ਹੈ ਜਿਨ੍ਹਾਂ ਦਾ ਨਾਮ ਹੈ ਜੋ ਗੁਰੂ ਸਾਹਿਬ ਨਾਲ ਜੋੜਿਆ ਜਾਂਦਾ ਹੈ। ਕਹਿੰਦੇ ਨੇ ਕਿ ਆਹ ਰਚਨਾਵਾਂ ਗੁਰੂ ਸਾਹਿਬ ਨੇ ਲਿਖੀਆਂ ਨੇ, ਪਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਰਚਨਾਵਾਂ ਨੂੰ ਖਾਰਜ ਕਰਤਾ ਸੀਗਾ ਬਈ ਇਹ ਗੁਰਮਤਿ ਵਿਚਾਰਧਾਰਾ ਦੇ ਹਿਸਾਬ ਦੇ ਨਾਲ ਨਹੀਂ ਹੈ, ਉਹਦੇ ਵਿੱਚ ਖਰਾ ਨਹੀਂ ਉਤਰਦੀਆਂ। ਇਸ ਕਾਰਨ ਇਹ ਰਚਨਾਵਾਂ ਨੇ ਆਪਾਂ ਨੂੰ ਧਿਆਨ ਹੋਣੀ ਚਾਹੀਦੀ ਹੈ। ਪ੍ਰਾਣ ਸੰਗਲੀ, ਨਸੀਹਤਨਾਮਾ, ਰੇਖਤਾ, ਗਿਆਨ ਸਰੋਤ, ਕਰਨੀਨਾਮਾ ਤੇ ਸਹਿਸਰਨਾਮਾ, ਇਹ ਉਹ ਰਚਨਾਵਾਂ ਨੇ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਇੱਕ ਬਾਣੀ ਬਾਰੇ। ਜਪਜੀ ਸਾਹਿਬ ਬਾਰੇ ਸਭ ਤੋਂ ਪਹਿਲੀ ਬਾਣੀ ਜਪਜੀ ਸਾਹਿਬ। ਜਪਜੀ ਸਾਹਿਬ ਦੇ ਅੰਦਰ ਜਿਹੜੀ ਉਹਦੀ ਬਣਤਰ ਹੈ, ਸਭ ਤੋਂ ਪਹਿਲਾਂ ਮੂਲ ਮੰਤਰ ਦਿੱਤਾ ਗਿਆ ਹੈ। ਮੂਲ ਮੰਤਰ ਇੱਕ ਹੈ, ਉਹ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੇ ਤੱਕ ਮੂਲ ਮੰਤਰ ਹੈ। ਉਸ ਤੋਂ ਬਾਅਦ ਇੱਕ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਮੂਲ ਮੰਤਰ ਤੋਂ ਬਾਅਦ ਬਾਣੀ ਦਾ ਨਾਮ, ਜਪ ਬਾਣੀ। ਔਰ ਸੰਤੋਖ ਸਿੰਘ ਜੀ ਦੇ ਅਨੁਸਾਰ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਬਾਣੀ ਹੈ ਉਹ ਕਹਿੰਦੇ ਨੇ ਕਿ ਇਸ ਬਾਣੀ ਦਾ ਨਾਮ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਹੈ, ਜਪ ਨਾਮ। ਤੇ ਉਸ ਤੋਂ ਬਾਅਦ ਹੈ ਸ਼ਲੋਕ 2 ਨੇ। ਇੱਕ ਸ਼ਲੋਕ ਤਾਂ ਸ਼ੁਰੂ ਦੇ ਵਿੱਚ ਹੈ, ਆਦ ਸੱਚ ਜੁਗਾਦ ਸੱਚ। ਹੋਰ ਇੱਕ ਸ਼ਲੋਕ ਹੈ ਉਹ ਅਖੀਰ ਦੇ ਵਿੱਚ ਹੈਗਾ, ਜਿਹੜਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਇਸ ਤਰ੍ਹਾਂ
ਤੇ ਇੱਕ ਔਰ ਇੱਕ ਸ਼ੁਰੂ ਚ ਇੱਕ ਅਖੀਰ ਚ, ਦੋ ਤਾਂ ਹੋ ਗਏ ਸ਼ਲੋਕ। ਉਸ ਤੋਂ ਬਾਅਦ ਜੇ ਪੌੜੀਆਂ ਦੀ ਗੱਲ ਕੀਤੀ ਜਾਵੇ ਤਾਂ 38 ਪੌੜੀਆਂ ਨੇ। ਇਸ ਪ੍ਰਕਾਰ ਟੋਟਲ ਹੋ ਗਏ 41। 38 ਪੌੜੀਆਂ ਜਪਜੀ ਸਾਹਿਬ ਦੇ ਅੰਦਰ ਹੈ। ਜਪਜੀ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ। ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ ਜਪਜੀ ਸਾਹਿਬ ਦੇ ਅੰਦਰ, और जपजी ਸਾਹਿਬ ਦਾ ਸਾਰ ਹੈ ਮੂਲ ਮੰਤਰ ਦੇ ਅੰਦਰ। और मूल मंत्र ਦਾ ਸਾਰ ਹੈ ਉਹ ਇੱਕ ਓंकार ਦੇ ਅੰਤਰਗਤ ਹੈ। ਇੱਕੋ ਹੀ परमात्मा, उस परमात्मा ਦੀ ਸਾਰੀ ਖੇਡ ਰਚਾਈ ਹੈ, ਉਸ ਬਾਰੇ ਸਾਰਾ ਅੱਗੇ ਵਿਸਤਾਰ ਨਾਲ ਦਿੱਤਾ ਹੋਇਆ ਹੈ। ਜੇ ਆਪਾਂ ਮੂਲ ਮੰਤਰ ਦੀ ਗੱਲ ਕਰੀਏ ਤਾਂ ਮੂਲ ਮੰਤਰ ਦੇ ਅੰਦਰ ਇੱਕ ਅੰਗ ਹੈ, ਇੱਕ ਅੰਕ ਹੈ ਮੂਲ ਮੰਤਰ ਦੇ ਅੰਦਰ। ਇੱਕ ਤਾਂ ਹੈਗਾ ਅੰਕ, और 13 शब्द ने। एक अंक है वो एक ओंकार वाला है भाई, आ एक अंक है। और ओंकार है जेड़ा वो एक शब्द है, सतनाम, फिर कर्ता, फिर पुरख, फिर निर्भव, निर्वैर, अकाल मूर्त, अजूनी, सै, फिर भंग, गुर प्रसाद। ये जेडे शब्द है वो तुसी गिन लियो, 13 शब्द ही बनणगे। अगर जे आपां ਜਿਹੜਾ ਇਹ ਬਾਣੀ ਹੈ ਜਪਜੀ ਸਾਹਿਬ ਦੀ ਬਾਣੀ ਹੈ, ਉਹ ਰਾਗ ਰਹਿਤ ਬਾਣੀ ਹੈ। ਇਹਦੇ ਵਿੱਚ ਕੋਈ ਵੀ ਰਾਗ ਨਹੀਂ ਹੈ। ਹੋਰ ਇਹ ਪ੍ਰਬੰਧ ਕਾਵਿ ਦਾ ਨਮੂਨਾ ਹੈ। ਪ੍ਰਬੰਧ ਕਾਵਿ ਦੇ ਅੰਦਰ ਜਿਹੜੇ ਭਾਵ ਹੈ ਉਹ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ, ਤੇ ਮੁਕਤਕ ਦੇ ਅੰਦਰ ਇੱਕ ਦੂਜੇ ਨਾਲ ਭਾਵ ਜੁੜੇ ਹੋਏ ਨਹੀਂ ਹੁੰਦੇ। ਤਾਂ ਜਿਹੜਾ ਜਪਜੀ ਸਾਹਿਬ ਹੈ ਉਹ ਨਮੂਨਾ ਹੈ ਪ੍ਰਬੰਧ ਕਾਵਿ ਦਾ। ਤੇ ਪ੍ਰਬੰਧ ਕਾਵਿ ਦੇ ਅੰਤਰਗਤ ਜਿਹੜੇ ਬੰਧਨ ਕੀਤਾ ਹੁੰਦਾ ਹੈ, ਪ੍ਰਬੰਧ ਬੰਧ मतलब एक दूजे नाल भाव है, जेड़े विचार है वो जुड़े हुए ने। इस तरीके नाल बाबा जी ने ये बाणी रची हुई है। ते सब तो पहला अगर आपां गल करिए पौड़ी दी तां आपां ये देखदे हां कि सुनिए, मन्ने, कुदरत ते आदेश। इस तो संबंधित 4 पौड़ियां हैं। 4 पौड़ियां सुनिया दी हैं। सुनिया सिद्धपुरनाथ, सुनिया धरत तवलाकाश, सुनिया दीप लो पाताल। इस तरीके ना फिर मन्ने दे उत्ते मन्ने की गत कही ना जाए, जे को कहे पीछे पछताए। इस तरीके ना फिर कुदरत, यानी पौड़ी के अखीर दे विच आंदा है। ये शुरू च आंदा है, ये अखीर च आंदा है। कुदरत, कुदरत कवन कहा विचार, वारे न जावा एक बार, जो तुद भावे साई भलीकार। ये 4 पौड़ियां दे आंदा है। और आदेश, आदेश तिसै आदेश, आद अनील अनाद अनाहत, जुग जुग एको वेस। ये 4 पौड़ियां दे विच आंदा है। इस तरीके अगर आप देखिए सुनिए, मन्ने, कुदरत ते आदेश है, वो 4 पौड़ियां दे अंदर आंदा है। आ तुक है जिहड़ी। उस तो बाद सोदर दी बाणी है। सोदर, सोदर है वो जपजी साहब के अंदर भी शामिल है और रहरास जी के अंदर भी शामिल है। पर रहरास साहब है जेड़ा उनके अंदर सोदर और इन्हां दा जेड़ा सोदर है उस विच फर्क है। पर जे आप पूछा जाए कि सोदर की बाणी किंदे अंतर्गत आती है तो आप रहरास ऑप्शन लगाना है। और अगर दोनों दिते हो, एक और दो दोनों सही, तो रहरास ते जपजी साहब दोनों आप करांगे। फिर उस तो बाद जेड़े 5 खंड है उन्हां दी गल की गई है। विच होर भी पौड़ियां ने, उन्हां पौड़ियां तो बाद गल है 5 खंडां दी। ये 5 खंड ने, इहदे विच गुरमत विचारधारा नूं दस्सिया गया है। सब तो पहला खंड दस्सिया गया है जिहड़ा वो है धर्म खंड। फिर अगे ज्ञान खंड, फिर सरम खंड, फिर कर्म खंड, फिर सचखंड। ये 5 खंड दसे गए हैं। धर्म खंड के अधीन जिहड़ा धर्म खंड है उस दे अंतर्गत धर्म की गल, फर्जां की गल, कर्तव्य के बारे विचार किए गए हैं। और ज्ञान के अंतर्गत आत्म चानने के बारे, ज्ञान के बारे, इस बारे दसिया गया है। श्रम खंड के अंतर्गत शर्म कहण दा भाव, मेहनत बारे, और कर्म चंगे कर्मां बारे
ਜਿਸ ਰਾਹੀਂ ਆਪਾਂ ਪਰਮਾਤਮਾ ਤੱਕ ਪਹੁੰਚ ਸਕੀਏ। ਔਰ ਅਖੀਰ ਦੇ ਵਿੱਚ ਸੱਚਖੰਡ ਵਸੈ ਨਿਰੰਕਾਰ, ਉਸ ਪਰਮਾਤਮਾ ਦੀ ਪ੍ਰਾਪਤੀ। ਇਹ ਪੜਾਅ ਦੱਸੇ ਗਏ ਨੇ ਕਿਸ ਤਰੀਕੇ ਨਾਲ ਆਪਾਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਹਰ ਇੱਕ ਧਰਮ ਦੇ ਅੰਦਰ ਹੁੰਦੇ ਨੇ। ਸਿੱਖ ਜਿਹੜੀ ਫਿਲਾਸਫੀ ਹੈ, ਸਿੱਖ ਵਿਚਾਰਧਾਰਾ ਹੈ, ਉਹਦੇ ਵਿੱਚ ਇਹ 5 ਖੰਡ ਮੰਨੇ ਹੈ। ਸਭ ਤੋਂ ਪਹਿਲਾਂ ਧਰਮ ਖੰਡ ਦੀ ਪੌੜੀ ਬੰਦਾ ਚੜ੍ਹੇਗਾ, ਫਿਰ ਧੀਰੇ ਧੀਰੇ ਉਹਨੂੰ ਗਿਆਨ ਦਾ ਪ੍ਰਕਾਸ਼ ਹੋਵੇਗਾ, ਫਿਰ ਮਿਹਨਤ ਦੇ ਨਾਲ, ਸ਼ਰਮ ਦੇ ਨਾਲ, ਉਸ ਤੋਂ ਬਾਅਦ ਕਰਮਾਂ ਉੱਤੇ ਜ਼ੋਰ, ਚੰਗੇ ਕਰਮ, ਔਰ ਅਖੀਰ ਦੇ ਵਿੱਚ ਸੱਚਖੰਡ ਵਸੈ ਨਿਰੰਕਾਰ, ਉਹ ਪਰਮਾਤਮਾ ਨੂੰ ਪਾ ਲਵੇਗਾ। ਇਸ ਤਰੀਕੇ ਨਾਲ ਜਿਵੇਂ ਕਿ ਹੋਰ ਜਿਹੜੇ ਹੈਗੇ ਹੈ ਆਪਣੇ, ਜਿਵੇਂ 5 ਖੰਡ ਹੈ, ਉਵੇਂ ਸੂਫੀ ਸੰਪਰਦਾਇ ਵਾਲੇ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ, ਇਹ 4 ਉਹਨਾਂ ਨੇ ਪੜਾਅ ਦੱਸੇ ਹੈ। ਇਹ ਆਪਣੇ ਆਪਣੇ ਪੜਾਅ ਹੈ ਪਰਮਾਤਮਾ ਨੂੰ ਪਾਉਣ ਲਈ। ਇਹ ਸੀਗਾ ਆਪਣੇ ਜਪਜੀ ਸਾਹਿਬ। ਔਰ ਜਪਜੀ ਸਾਹਿਬ ਦੇ ਅੰਦਰ ਆਪਣੇ ਸੰਤੋਖ ਸਿੰਘ ਜੀ ਦੇ ਅਨੁਸਾਰ, ਸੰਤੋਖ ਸਿੰਘ ਜੀ ਦੱਸਦੇ ਨੇ ਕਿ ਇਸ ਦੇ ਅੰਤਰਗਤ ਵਿਰਾਜ, ਦੋਹਰਾ, ਸੋਲਠਾ, ਚੌਪਈ ਆ ਛੰਦ ਇਸਤੇਮਾਲ ਕੀਤੇ ਹੈ। ਸੰਤੋਖ ਸਿੰਘ ਦਾ ਨਾਮ ਆਵੇ ਤਾਂ ਹੀ ਲਿਖਣਾ ਹੈ, ਵਰਨਾ ਨਹੀਂ। ਸੰਤੋਖ ਸਿੰਘ ਨੇ ਦੱਸਿਆ ਵਿਰਾਜ, ਦੋਹਰਾ, ਸੋਲਠਾ, ਚੌਪਈ, ਦਵਈਆ, ਹੰਸਗਤ। ਤੇ ਹੰਸਗਤ, ਇਹ ਜਿਹੜੇ ਛੰਦ ਹੈ ਇਹ ਵਰਤੇ ਗਏ ਨੇ ਜਪਜੀ ਸਾਹਿਬ ਦੇ ਅੰਤਰਗਤ। ਦੁਬਾਰਾ ਰਿਪੀਟ ਨਹੀਂ ਕਰਾਂਗਾ, ਤੁਸੀਂ ਦੁਬਾਰਾ ਬੈਕ ਜਾ ਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਗਲੀ ਬਾਣੀ ਦੀ। ਗੁਰੂ ਸਾਹਿਬ ਦੀ ਅਗਲੀ ਬਾਣੀ ਸਿੱਧ ਗੋਸ਼ਟ ਬਾਰੇ ਆਪਾਂ ਚਰਚਾ ਕਰਾਂਗੇ। ਸਿੱਧ ਗੋਸ਼ਟ, ਇਹ ਜਿਹੜੀ ਸਿੱਧ ਗੋਸ਼ਟ ਹੈ ਇਹ ਸਿੱਧਾਂ ਨਾਲ ਕੀਤੀ ਗੋਸ਼ਟ ਹੈ, ਸਿੱਧਾਂ ਨਾਲ ਕੀਤੀ ਚਰਚਾ ਹੈ। ਜਿਹੜੇ ਸਿੱਧ ਸਨ, ਨਾਥ ਸੰਪਰਦਾਇ ਲੋਕ, ਜੋਗੀ ਜਿਹੜੇ ਸਨ, ਉਹ ਕਿਸੇ ਗ੍ਰਸਤ ਹੈ ਜਿਹੜਾ ਉਹਨੂੰ ਤਿਆਗ ਕੇ ਕਠੋਰ ਤਪ ਕਰਦੇ ਸੀ ਤੇ ਪਰਮਾਤਮਾ ਨੂੰ ਪਾਣ ਲਈ। ਪਰੰਤੂ ਗੁਰੂ ਸਾਹਿਬ ਨੇ ਉਹਨਾਂ ਨੂੰ ਗ੍ਰਸਤੀ ਦੇ ਮਾਰਗ ਰਾਹੀਂ, ਗ੍ਰਸਤੀ 'ਚ ਰਹਿ ਕੇ ਪਰਮਾਤਮਾ ਨੂੰ ਧਿਆਨ ਬਾਰੇ ਕਿਹਾ। ਤੇ ਇਸ ਦੇ ਅੰਦਰ ਜਿਹੜੇ ਕਨਸੈਪਟ ਨੇ ਉਹ ਗ੍ਰਸਤ ਜੀਵਨ ਬਾਰੇ ਹੈ। ਗ੍ਰਸਤ ਜੀਵਨ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਸ਼ਬਦ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ। ਗ੍ਰਸਤ ਜੀਵਨ ਦੇ ਉੱਤੇ ਔਰ ਸ਼ਬਦ ਦੇ ਉੱਤੇ ਜ਼ੋਰ ਦਿੱਤਾ ਹੈ। ਜਿਹੜੀ ਸਿੱਧ ਗੋਸ਼ਟ ਹੈ ਉਸ ਬਾਰੇ 2 ਮਤ ਪ੍ਰਚਲਿਤ ਨੇ। ਜਿਹੜਾ ਪਹਿਲਾ ਮਤ ਹੈ ਉਹ ਹੈ ਪੁਰਾਤਨ ਜਨਮ ਸਾਖੀ ਅਨੁਸਾਰ। ਪੁਰਾਤਨ ਜਨਮ ਸਾਖੀ ਦੇ ਅਨੁਸਾਰ ਆ ਲਿਖਿਆ ਗਿਆ ਹੈ 5ਵੀਂ ਉਦਾਸੀ ਸਮੇਂ, 5ਵੀਂ ਉਦਾਸੀ ਦੇ ਸਮੇਂ ਗੋਰਖ ਹਟੜੀ ਉੱਥੇ ਆ ਚਰਚਾ ਹੋਈ ਸੀ। ਪੁਰਾਤਨ ਜਨਮ ਸਾਖੀ ਇਹ ਮੰਨਦੀ ਹੈ ਕਿ 5ਵੀਂ ਉਦਾਸੀ ਸਮੇਂ ਗੋਰਖ ਹਟੜੀ ਉੱਥੇ ਆ ਗੋਸ਼ਟ ਹੋਈ ਸੀ। ਪਰੰਤੂ ਭਾਈ ਗੁਰਦਾਸ ਜੀ, ਜਿਹੜਾ ਦੂਜਾ ਮਤ ਹੈ ਉਹ ਹੈ ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਜੀ ਇਹ ਕਹਿੰਦੇ ਆ ਕਿ ਆ ਜਿਹੜੀ ਗੋਸ਼ਟ ਹੈ ਉਹ ਅਚਲ ਵਟਾਲੇ ਹੋਈ ਸੀ। ਅਚਲ ਵਟਾਲੇ ਸ਼ਿਵਰਾਤਰੀ ਦੇ ਮੌਕੇ ਤੇ, ਅਚਲ ਵਟਾਲੇ ਸ਼ਿਵਰਾਤਰੀ ਦੇ ਮੌਕੇ ਤੇ ਆ ਗੋਸ਼ਟ ਹੋਈ ਸੀ। ਦੋਨੋਂ ਮਤ ਤੁਹਾਡੇ ਸਾਹਮਣੇ ਹੈ। ਪੁਰਾਤਨ ਜਨਮ ਸਾਖੀ ਅਨੁਸਾਰ 5ਵੀਂ ਉਦਾਸੀ ਗੋਰਖ ਹਟੜੀ ਇੱਥੇ ਸਿੱਧਾਂ ਨਾਲ ਗੋਸ਼ਟ ਹੋਈ ਸੀ। ਔਰ ਭਾਈ ਗੁਰਦਾਸ ਜੀ ਕਹਿੰਦੇ ਆ ਅਚਲ ਵਟਾਲੇ ਸ਼ਿਵਰਾਤਰੀ ਦੇ ਮੌਕੇ ਤੇ ਆ ਗੋਸ਼ਟ ਹੋਈ ਸੀ। ਜਿਹੜੀ ਆ ਗੋਸ਼ਟ ਹੈ ਉਹ ਪ੍ਰਸ਼ਨ ਉੱਤਰ ਸ਼ੈਲੀ ਹੈ। ਪ੍ਰਸ਼ਨ ਉੱਤਰ ਸ਼ੈਲੀ ਦੇ ਵਿੱਚ ਹੈ। ਆਪਾਂ ਸੰਵਾਦ ਵੀ ਲਿਖਿਆ ਆ ਸਕਦਾ ਬਈ, ਸੰਵਾਦ ਸ਼ੈਲੀ ਵੀ ਲਿਖਿਆ ਆ ਸਕਦਾ ਹੈ। ਸਿੱਧਾ ਜੋਗੀਆਂ ਦੇ ਨਾਲ ਗੱਲਬਾਤ ਪ੍ਰਸ਼ਨੋਤਰਾਂ ਰਾਹੀਂ। ਜਿਵੇਂ ਉਹਨਾਂ ਨੇ ਪੁੱਛਿਆ ਕਿ ਗੁਰੂ ਜੀ ਤੁਹਾਡਾ ਗੁਰੂ ਕੌਣ ਹੈ, ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ਼ਬਦ ਗੁਰੂ ਸੁਰਤਿ ਚੇਲਾ, ਮੇਰਾ ਗੁਰੂ ਸ਼ਬਦ ਹੈ। ਇਸੇ ਤਰੀਕੇ ਨਾਲ ਇੱਕ ਹੋਰ ਸਵਾਲ ਪੁੱਛੇ ਗਏ। ਇਹ ਬਾਣੀ ਦੀ ਤਰਤੀਬ ਇਸ ਤਰੀਕੇ ਨਾਲ ਸਵਾਲ ਜਵਾਬ ਰਾਹੀਂ ਬਾਣੀ ਵਿੱਚ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਸਾਗਰ ਦੂਤਰ ਕਹੀਏ ਕਿਉਂ ਕਰ ਪਾਈਏ ਪਾਰੋ। ਤੇ ਅੱਗੇ ਗੁਰੂ ਜੀ ਕਹਿੰਦੇ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਕੇ ਸਾੜੇ।
ਤੇ ਪਹਿਲੀ ਤੁਕ ਦੇ ਵਿੱਚ ਪ੍ਰਸ਼ਨ ਕੀਤਾ ਗਿਆ ਸੀਗਾ, ਦੁਨੀਆ ਸਾਗਰ ਦੂਤਰ ਕਹੀਏ ਕਿਉਂ ਕਰ ਪਾਈਏ ਪਾਰੋ। ਬਈ ਦੁਨੀਆ ਹੈ ਜਿਹੜਾ ਉਹ ਸੰਸਾਰ ਸਾਗਰ ਹੈ, ਵਿਕਾਰਾਂ ਨਾਲ ਭਰਿਆ ਹੋਇਆ ਹੈ, ਇਸ ਤੋਂ ਪਾਰ ਕਿਵੇਂ ਪਾਵਾਂਗੇ। ਤਾਂ ਪਰਮਾਤਮਾ ਜੀ ਕਹਿੰਦੇ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਕਿ ਆਪਾਂ ਨੂੰ ਉਵੇਂ ਹੀ ਪਾਰ ਪਾਣੀ ਹੈ, ਕਿਉਂਕਿ ਉਹ ਗ੍ਰਸਤ ਜੀਵਨ ਦਾ ਤਿਆਗ ਕਰਦੇ ਸਨ, ਪਰੰਤੂ ਇਹਨਾਂ ਨੇ ਕਿਹਾ ਕਿ ਗ੍ਰਸਤ ਜੀਵਨ ਦਾ ਤਿਆਗ ਨਹੀਂ ਕਰਨਾ ਹੈ। ਉਹ ਕਹਿੰਦਾ ਕਿਵੇਂ ਰਹਿਣਾ, ਜਿਵੇਂ ਸਮੁੰਦਰ ਦੇ ਅੰਦਰ ਕਹਿ ਲਓ ਜਾਂ ਝੀਲ ਦੇ ਅੰਦਰ, ਪਾਣੀ ਦੇ ਅੰਦਰ ਮੁਰਗਾਈ ਹੈ ਜਿਹੜੀ ਉਹ ਰਹਿੰਦੀ ਹੈ, ਹੋਰ ਕਮਲ ਹੈ ਜਿਹੜਾ ਉਹ ਪਾਣੀ ਦੇ ਅੰਦਰ ਰਹਿੰਦਾ ਹੈ, ਕੀਚੜ ਦੇ ਅੰਦਰ ਵੀ ਉਹ ਖਿਲ ਜਾਂਦਾ ਹੈ, ਪਰੰਤੂ ਫਿਰ ਵੀ ਉਹ ਖਿੜਿਆ ਅਲੱਗ ਰਹਿੰਦਾ ਹੈ, ਉਹਦਾ ਅਸਤਿਤਵ ਹੈ ਜਿਹੜਾ ਉਹ ਵੱਖਰਾ ਹੈ। ਇਸੇ ਤਰੀਕੇ ਨਾਲ ਆਪਾਂ ਦੁਨੀਆ ਦੇ ਵਿੱਚ ਰਹਿਣਾ ਹੈ, ਦੁਨੀਆ ਦੇ ਵਿੱਚ ਰਹਿ ਕੇ ਵੀ ਉਸ ਪਰਮਾਤਮਾ ਨਾਲ ਜੁੜਿਆ ਰਹਿਣਾ ਹੈ। ਇਸ ਕਨਸੈਪਟ ਦੇ ਅਧੀਨ ਇਹ ਬਾਣੀ ਹੈ, ਉਸ ਦੇ ਵਿੱਚ ਇਸ ਤਰੀਕੇ ਦੀ ਵਿਚਾਰਧਾਰਾ ਦੱਸੀ ਗਈ ਹੈ। ਤੇ ਇਸ ਦੇ ਵਿੱਚ ਚਰਪਟ, ਲੋਹਾ ਰੀਪਾ, ਭਰਤਰੀ, ਆ ਜਿਹੜੇ ਸਿੱਧ ਹੈ ਜੋਗੀ ਹੈ ਉਹਨਾਂ ਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਹੈ। ਐਵੇਂ ਵੀ ਆ ਸਕਦਾ ਕਿਹੜੇ ਕਿਹੜੇ ਹੈ, ਆਦਿ ਜਿਹੜੇ ਹੈ ਚਰਪਟ, ਲੋਹਾ ਰੀਪਾ, ਭਰਥਰੀ, ਇਹਨਾਂ ਨਾਲ ਸੰਵਾਦ ਰਚਾਇਆ ਹੈ। ਤੇ ਉਸ ਤੋਂ ਬਾਅਦ ਜੇ ਆਪਾਂ ਅਗਲੀ ਬਾਣੀ ਦੀ ਗੱਲ ਕਰੀਏ, 12ਵਾਂ ਤੁਖਾਰੀ, 12 ਮਾਹ, ਆ ਜਿਹੜੀ ਰਚਨਾ ਹੈ ਗੁਰੂ ਸਾਹਿਬ ਨੇ ਤੁਖਾਰੀ ਰਾਗ ਦੇ ਵਿੱਚ ਉਚਾਰੀ ਹੈ। ਰਾਗ ਇਸ ਦੀ ਹੈ ਤੁਖਾਰੀ। 12 ਮਾਹ ਦਾ ਜਿਹੜਾ ਕਨਸੈਪਟ ਹੈ ਉਹ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ। ਇਹ ਜਿਹੜਾ ਕਾਵਰੂਪ ਹੈ ਇਸ ਦੇ ਅੰਤਰਗਤ ਸਾਲ ਦੇ ਜਿਹੜੇ 12 ਮਹੀਨੇ ਹੈ, ਹਰ ਮਹੀਨੇ ਦੇ ਅੰਦਰ ਜਿਹੜੀ ਇਸਤਰੀ ਹੈ ਉਹਦੀ ਵਿਜੋਗਣ ਇਸਤਰੀ, ਉਹਦੀ ਮਨੋਦਸ਼ਾ, ਉਹਦੇ ਦੁੱਖ, ਉਹਦੇ ਸੰਵੇਦਨਾਵਾਂ, ਉਹਨਾਂ ਦਾ ਵਰਣਨ ਕੀਤਾ ਜਾਂਦਾ ਹੈ। ਪਰੰਤੂ ਗੁਰੂ ਸਾਹਿਬ ਨੇ ਜਿਹੜੇ ਇਸਤਰੀ ਦੇ ਇਸ ਰੂਪ ਨੂੰ ਬੇਦਖਲ ਕਰਤਾ, ਹੋਰ ਆਤਮਾ ਦਾ ਰਾਹੀਂ, ਆਤਮਾ ਰੂਪੀ ਇਸਤਰੀ ਰਾਹੀਂ ਉਸ ਪਰਮਾਤਮਾ ਦੀ ਗੱਲ ਇਸ ਵਿੱਚ ਕੀਤੀ ਗਈ ਹੈ 12ਵਾਂ ਤੁਖਾਰੀ ਦੇ ਅੰਤਰਗਤ। ਇਹ ਅਧਿਆਤਮਕ ਹੈਗੀ ਹੈ, ਇਹਦੇ ਵਿੱਚ ਸ਼੍ਰਿੰਗਾਰ ਰਸ ਪ੍ਰਦਾਨ ਨਹੀਂ ਗਾ, ਇਹਦੇ ਵਿੱਚ ਕੀ ਹੈ ਸ਼ਾਂਤ ਰਸ ਪ੍ਰਦਾਨ ਹੈ। ਆਮ ਅਗਰ ਆਪਾਂ ਦੇਖੀਏ ਤਾਂ ਜਿਹੜਾ 12 ਮਾਹ ਹੈ ਉਹ ਸ਼੍ਰਿੰਗਾਰ ਰਸ ਪ੍ਰਦਾਨ ਹੁੰਦਾ ਹੈ, ਨਾਰੀ ਦਾ ਔਰ ਉਹਦਾ ਬਿਰਹ, ਵਿਯੋਗ, ਸੰਵੇਦਨਾਵਾਂ, ਉਹਦੇ ਬਾਰੇ ਦੱਸਿਆ ਜਾਂਦਾ ਹੈ। ਪਰੰਤੂ ਜਿਹੜਾ ਆ ਹੈ ਇਹਦੇ ਵਿੱਚ ਅਧਿਆਤਮਕ ਰੰਗ ਪ੍ਰਦਾਨ ਹੈ, ਸ਼ਾਂਤ ਰਸ, ਸ਼੍ਰਿੰਗਾਰ ਰਸ ਦੀ ਥਾਂ ਸ਼ਾਂਤ ਰਸ ਹੈ ਉਹ ਵਰਤਿਆ ਗਿਆ ਹੈ। ਤੇ ਇਸ ਦੇ ਵਿੱਚ ਕੀ ਹੈ ਕਿ 17 ਪਦੇ ਨੇ, 17 ਪਦੇ। ਪਹਿਲੇ 4 ਪਦੇ ਹੈ ਉਹ ਵਿਸ਼ੇ ਨਾਲ ਸੰਬੰਧਿਤ ਹੈ, ਵਿਸ਼ੇ ਦੇ ਬਾਰੇ ਦੱਸਿਆ ਗਿਆ। ਫਿਰ ਉਸ ਤੋਂ ਬਾਅਦ ਜਿਹੜੇ 12 ਪਦੇ ਹੈ ਉਹ 12 ਮਹੀਨਿਆਂ ਦੇ ਬਾਰੇ ਚਰਚਾ ਕੀਤੀ ਗਈ ਹੈ। ਬਈ ਜਿਹੜੇ 12 ਮਹੀਨੇ ਹੈ ਉਹਦੇ ਬਾਰੇ ਦੱਸਿਆ, ਔਰ ਹਰ ਮਹੀਨੇ ਦੇ ਅੰਦਰ ਉਸ ਪਰਮਾਤਮਾ ਨਾਲ ਜੁੜਨ ਬਾਰੇ ਗੱਲ ਕੀਤੀ ਗਈ ਹੈ ਉਸ ਮਹੀਨੇ ਦੇ ਸੰਦਰਭ ਦੇ ਵਿੱਚ। ਹੁਣ ਇਸ ਵਿੱਚ ਵੀ ਮਹੀਨਾ ਜਿਹੜਾ ਚੇਤ ਦਾ ਪਹਿਲਾ ਮਹੀਨਾ ਚੇਤ ਤੋਂ ਸ਼ੁਰੂ ਹੁੰਦਾ ਹੈ, ਔਰ ਅਖੀਰਲਾ ਜਿਹੜਾ ਮਹੀਨਾ ਹੈ ਉਹ ਫੱਗਣ ਹੈ। ਇਹ ਤਰਤੀਬ ਉਹੀ ਤਰਤੀਬ ਹੈ ਜਿਹੜੀ ਆਪਣੇ ਚੱਲਦੀ ਹੈ, ਚੇਤ ਦੇ ਮਹੀਨੇ ਸ਼ੁਰੂ ਹੋ ਕੇ ਫੱਗਣ ਤੱਕ। ਔਰ ਅਖੀਰ ਦੇ ਵਿੱਚ ਇੱਕ ਜਿਹੜਾ ਪਦ ਹੈ ਉਹ ਹੈ ਕਾਵ ਨਿਰਣੈ ਬਾਰੇ। ਇਹਦੇ ਵਿੱਚ ਕਾਵ ਨਿਰਣੈ ਦਿੱਤਾ ਗਿਆ, ਮਹੱਤਵ ਦਿੱਤਾ ਗਿਆ ਹੈ, ਮਹੱਤਵ ਜਿਹੜਾ ਅਖੀਰ ਦੇ ਵਿੱਚ ਹੁੰਦਾ ਹੈ ਉਹ ਦਿੱਤਾ ਗਿਆ ਹੈ। ਤਾਂ ਤੁਸੀਂ ਆ ਵੇਖਦੇ ਹੋ 4 ਪਦ ਹੈ ਜਿਹੜੇ ਵਿਸ਼ੇ ਨਾਲ ਸੰਬੰਧਿਤ, 12 ਪਦ ਹੈ ਉਹ ਮਹੀਨਿਆਂ ਨਾਲ ਸੰਬੰਧਿਤ, ਚੇਤ ਤੋਂ ਸ਼ੁਰੂ ਹੋ ਕੇ ਫੱਗਣ ਤੱਕ, ਇੱਕ ਕਾਵ ਦੇ ਹਿਸਾਬ ਨਾਲ। ਜੇ ਇਸ ਹਿਸਾਬ ਨਾਲ ਆਪਾਂ ਜੇ ਗਿਣਤੀ ਕਰੀਏ ਤੇ 17 ਬਣਦੇ ਹਨ। ਪਰੰਤੂ ਇਹਦੇ ਨਾਲ ਤੁਸੀਂ ਇੱਕ ਤੁਲਨਾਤਮਕ ਅਧਿਐਨ ਵੀ ਹੈ ਜਿਹੜਾ ਆਪਾਂ ਕਰਾਂਗੇ ਤਾਂ ਕਿ ਆਪਣੇ ਦਿਮਾਗ ਦੇ ਵਿੱਚ ਆਹ ਚੀਜ਼ ਕਲੀਅਰ ਹੋ ਜਾਵੇ। 12 ਮਾਹ ਹੈ ਜਿਹੜਾ ਭਾਈ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਤੁਖਾਰੀ ਰਾਗ ਦੇ ਅੰਦਰ, ਔਰ 18 ਪਦੇ, ਇਹਦੇ ਬਾਰੇ ਆਪਾਂ ਚਰਚਾ ਕਰ ਲਈ। ਹੁਣ ਆਪਾਂ ਜਿਹੜਾ ਇੱਕ ਹੋਰ 12 ਮਾਹ ਹੈ, ਗੁਰਬਾਣੀ ਦੇ ਅੰਦਰ 2 12 ਮਾਹ ਹੈਗੇ, ਇੱਕ 12 ਮਾਹ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ, ਔਰ ਇੱਕ 12 ਮਾਹ ਹੈ ਗੁਰੂ ਅਰਜਨ ਦੇਵ ਜੀ ਨਾਲ, ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ। ਔਰ ਇਸ ਦੇ 14 ਪਦੇ ਨੇ, 14 ਪਦੇ ਇਸ ਦੇ ਵਿੱਚ ਹੈਗੇ ਹੈ। ਤੇ ਇਹਦੀ ਚਰਚਾ ਆਪਾਂ ਉਸ ਸਮੇਂ ਕਰਾਂਗੇ ਜਦੋਂ ਗੁਰੂ ਅਰਜਨ ਦੇਵ ਜੀ ਪੜਾਂਗੇ। ਪਰੰਤੂ ਇੱਕ ਵਾਰ ਆਪਾਂ ਤੁਲਨਾਤਮਕ ਰੂਪ ਦੇ ਵਿੱਚ ਆਪਾਂ ਲੈ ਰਹੇ ਹਾਂ ਤਾਂ ਕਿ ਆਪਣੇ ਮਨ ਦੇ ਵਿੱਚ ਕਿਤੇ ਵੀ ਕਨਫਿਊਜ਼ ਨਾ ਹੋ ਜਾਏ। ਆਪਣੇ ਦਿਮਾਗ 'ਚ ਇਹ ਹੋਣਾ ਚਾਹੀਦਾ ਹੈ ਕਿ 12 ਮਾਹ ਤੁਖਾਰੀ ਹੈ ਜਿਹੜਾ 12 ਮਾਹ ਤੁਖਾਰੀ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ,
ਜਿਹੜਾ 12 ਮਾਹ ਹੈ, ਜਿਹੜਾ 12 ਮਾਹ ਮਾਝ ਹੈ, 12 ਮਾਹ ਮਾਝ ਰਾਗ ਦੇ ਅੰਦਰ ਲਿਖਿਆ ਗਿਆ ਹੈ, ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਸ ਸਮੇਂ ਪੜਾਂਗੇ ਜਿੰਦਾ ਸੰਕਰਾਂਤ ਵਾਲੇ ਦਿਨ ਪਾਠ ਹੁੰਦਾ ਹੈਗਾ। ਅਗਰ ਪੁੱਛਿਆ ਜਾਵੇ ਸੰਕਰਾਂਤ ਵਾਲੇ ਦਿਨ ਪਾਠ ਕਿੰਦਾ ਹੁੰਦਾ ਤਾਂ 12 ਮਾਹ ਮਾਝ ਗੁਰੂ ਅਰਜਨ ਦੇਵ ਜੀ ਦਾ ਸੰਕਰਾਂਤ ਵਾਲੇ ਦਿਨ ਪਾਠ ਹੁੰਦਾ ਹੈਗਾ, ਇਹਦਾ ਨਹੀਂ ਹੁੰਦਾ। ਇਹ ਗੱਲਾਂ ਜਿਹੜੀਆਂ ਹੈ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਹੈ। ਇਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਬਾਣੀ ਹੈ ਉਸ ਬਾਰੇ ਚਰਚਾ ਕਰਾਂਗੇ ਤੇ ਬਾਣੀ ਹੈ ਪੱਟੀ। ਪੱਟੀ ਬਾਣੀ ਬਾਰੇ ਤੇ ਪੱਟੀ ਆਪਾਂ ਜਦੋਂ ਛੋਟੇ ਹੁੰਦੇ ਸੀ ਜਾਂ ਆਪਣੇ ਬਜ਼ੁਰਗ ਛੋਟੇ ਹੁੰਦੇ ਸੀ ਉਸ ਟਾਈਮ ਉਹ ਪੱਟੀ ਹੋਇਆ ਕਰਦੀ ਸੀ, ਉਸ ਦੇ ਉੱਤੇ ਲਿਖਿਆ ਕਰਦੇ ਸੀ ਤੇ ਗੁਰੂ ਸਾਹਿਬਾਂ ਦੇ ਸਮੇਂ ਵੀ ਪੱਟੀ ਹੋਇਆ ਕਰਦੀ ਸੀਗੀ ਤੇ ਉਸ ਦੇ ਉੱਤੇ ਉਹ ਕਲਮ ਰਾਹੀਂ ਅੱਖਰ ਪਾਇਆ ਕਰਦੇ ਸੀਗੇ ਤੇ ਇਹ ਸੰਬੰਧਿਤ ਹੀ ਇਸ ਨਾਲ ਹੈ ਕਿਉਂਕਿ ਜਦੋਂ ਵੀ ਬੱਚਾ ਛੋਟਾ ਹੁੰਦਾ ਹੈ ਪੱਟੀ ਦੇ ਉੱਤੇ ਅੱਖਰ ਪਾ ਕੇ ਵਰਣਮਾਲਾ ਪਾ ਕੇ ਉਹ ਸਿੱਖਦਾ ਹੈ, ਬਾਅਦ ਚ ਕਾਪੀਆਂ ਵਗੈਰਾ ਹੋਰ ਲੱਗ ਜਾਂਦੀਆਂ ਤੇ ਪੱਟੀ ਜਿਹੜੀ ਬਾਣੀ ਹੈ ਉਹ ਸੰਬੰਧਿਤ ਕਿਸ ਨਾਲ ਹੈਗੀ ਹੈ, ਉਹ ਵਰਣਮਾਲਾ ਨਾਲ ਸੰਬੰਧਿਤ ਹੈ। ਵਰਣਮਾਲਾ ਨਾਲ ਸੰਬੰਧਿਤ ਇਹ ਬਾਣੀ ਹੈਗੀ ਹੈ ਤੇ ਪਹਿਲੇ ਗੁਰੂ ਤੇ ਆਪਾਂ ਯਾਦ ਕਰ ਲਾਂਗੇ, ਪਹਿਲਾ ਗੁਰੂ ਪਹਿਲਾ ਬਾਣੀ ਪੱਟੀ ਔਰ ਇਹਦੇ ਵਿੱਚ ਪਦੇ ਨੇ ਜਿਹੜੇ ਉਹ 35 ਹੈ। ਪੈ ਤੇ ਪਹਿਲਾ ਪੱਟੀ 35 ਤੇ ਇਹਦੇ ਵਿੱਚ 35 ਪਦੇ ਨੇ, 35 ਪੌੜੀਆਂ ਨੇ ਇਸ ਦੇ ਅੰਤਰਗਤ, ਪੱਟੀ ਬਾਣੀ ਦੇ ਅੰਤਰਗਤ। ਤੇ ਇਸ ਦੇ ਅੰਦਰ ਜਿਹੜਾ ਹੈ ਹਰ ਅੱਖਰ ਤੋਂ ਜਿਹੜੀ ਤੁਕ ਹੈ ਉਹ ਸ਼ੁਰੂ ਹੁੰਦੀ ਹੈ। ਜਿਵੇਂ ਆਪਾਂ ਪੱਟੀ ਦਾ ਇੱਕ ਐਗਜ਼ਾਮਪਲ ਲਈਏ, ਦੱਦਾ ਦੋਸ ਨਾ ਦਿਓ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਵਰਕਣਾ। ਇਹ ਕੀ ਹੈ ਕਿ ਦੈ ਤੋਂ ਸ਼ੁਰੂ ਹੋ ਰਹੀ ਹੈ। ਇਸੇ ਤਰੀਕੇ ਨਾਲ ਜਿਹੜੀ ਪੱਟੀ ਬਾਣੀ ਹੈ ਉਸ ਦੇ ਅੰਦਰ ਹਰ ਅੱਖਰ ਤੋਂ ਸ਼ੁਰੂ ਹੋਇਆ, ਉਸ ਅੱਖਰ ਦੇ ਬਾਰੇ ਲਿਖਿਆ ਗਿਆ ਹੈ ਹੋਰ ਵਰਣਮਾਲਾ ਦੇ ਉੱਤੇ ਆਧਾਰਿਤ ਹੈ। ਤੇ ਇਸ ਦੇ ਵਿੱਚ ਕੀ ਹੈ 35 ਪਦੇ ਹੈ ਤੇ ਇਹਦੀ ਰਾਗ ਕਿਹੜੀ ਹੈ, ਰਾਗ ਹੈ ਆਸਾ। ਆਸਾ ਰਾਗ, ਆਸਾ ਰਾਗ 35 ਪਦੇ ਵਰਣਮਾਲਾ ਦੇ ਉੱਤੇ ਆਧਾਰਿਤ ਹੈਗੀ ਹੈ। ਤੇ ਇਹ ਇੱਕ ਚੀਜ਼ ਧਿਆਨ ਰੱਖਣੀ ਹੈ, ਜਿਵੇਂ ਕਿ ਕੋਈ ਵੀ ਪੱਟੀ ਪੜ੍ਹਦਾ ਹੈ, ਕੋਈ ਵੀ ਬੱਚਾ ਹੈ, ਇੱਕ ਧਿਆਨ ਰੱਖਣ ਵਾਸਤੇ ਬਈ ਆਸਾ ਰਾਗ ਨਾਲ ਆਪਾਂ ਇਹਨੂੰ ਜੋੜ ਲਈਏ। ਜੋੜਨ ਲਈ ਜਿਵੇਂ ਮੈਂ ਸੋਚਿਆ ਸਮਝਿਆ ਇਹਨੂੰ, ਬਈ ਕੋਈ ਵੀ ਮਾਪਿਓ ਹੈ ਆਪਣੇ ਬੱਚੇ ਨੂੰ ਪੜ੍ਹਾਉਂਦਾ ਹੈ ਤਾਂ ਉਹਦੇ ਮਨ ਦੇ ਵਿੱਚ ਇੱਕ ਆਸ ਹੁੰਦੀ ਹੈ ਕਿ ਭਈ ਆ ਪੱਟੀਆਂ ਪੜ੍ਹ ਕੇ ਜਾਂ ਪੜ੍ਹਾਈ ਕਰਕੇ ਇੱਕ ਚੰਗਾ ਮਨੁੱਖ ਬਣ ਜਾਵੇਗਾ ਜਾਂ ਕਿਸੇ ਚੰਗੇ ਅਹੁਦੇ ਦੇ ਉੱਤੇ ਜਾਵੇਗਾ। ਇਸ ਤਰੀਕੇ ਦੀ ਇੱਕ ਆਸ ਹੁੰਦੀ ਹੈ ਤਾਂ ਆਪਾਂ ਨੂੰ ਪੱਟੀ ਨੂੰ ਆਸ ਨਾਲ ਜੋੜ ਲੈਣਾ। ਤਾਂ ਇਸ ਤਰੀਕੇ ਨਾਲ ਕੀ ਹੋ ਗਿਆ ਕਿ ਪੱਟੀ ਹੈ ਵਰਣਮਾਲਾ ਉੱਤੇ ਆਧਾਰਿਤ ਹੈ, ਰਾਗ ਕਿਹੜੀ ਹੈ, ਆਸਾ ਰਾਗ ਹੈ। ਆਸਾ ਰਾਗ ਇਸ ਵਿੱਚ ਹੈਗੀ ਹੈ। ਤੇ ਇਸ ਵਿੱਚ ਆਪਾਂ ਨੂੰ ਇਹ ਹੋਰ ਚੀਜ਼ ਧਿਆਨ ਰੱਖਣੀ ਹੈਗੀ ਹੈ ਕਿ ਜਿਹੜੀ ਆ ਪੱਟੀ ਬਾਣੀ ਹੈ ਇਸ ਦੇ ਵਿੱਚ ਇਹ ਸ਼ੁਰੂ ਕਿਸ ਤੋਂ ਹੁੰਦੀ ਹੈ, ਸ਼ੁਰੂ ਹੁੰਦੀ ਆ ਸੈ ਅੱਖਰ ਤੋਂ। ਸੈ ਅੱਖਰ ਤੋਂ ਸ਼ੁਰੂ ਹੁੰਦੀ ਹੈ, ਫਿਰ ਉਸ ਤੋਂ ਬਾਅਦ ਈੜੀ, ਫਿਰ ਉਸ ਤੋਂ ਬਾਅਦ ਊੜਾ। ਪਹਿਲਾ ਸੈ, ਫਿਰ ਈੜੀ, ਫਿਰ ਊੜਾ, ਫਿਰ ਉਸ ਤੋਂ ਬਾਅਦ ਕੈ ਕੱਕਾ ਖੱਗਾ ਵਾਲੀ ਲੈਣ, ਪਰੰਤੂ ਉਹ ਲੈਣ ਹੈ ਜਿਹੜੀ ਸ਼ੁਰੂ ਹੁੰਦੀ ਹੈ ਗੰਗੇ ਤੋਂ। ਇਸ ਤੋਂ ਸ਼ੁਰੂ ਹੋ ਕੇ ਕੱਕੇ ਤੱਕ ਹੈ, ਗੰਗੇ ਤੋਂ ਸ਼ੁਰੂ ਹੋ ਕੇ ਕੱਕੇ ਤੱਕ। ਇਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਅਖੀਰ ਦੇ ਵਿੱਚ ਅਖੀਰਲਾ ਜਿਹੜਾ ਇਹ ਬਾਣੀ ਦਾ ਅੰਤਮ ਵਰਣ ਹੈ ਜਿਹੜਾ ਉਹ ਹੈਗਾ ਐ। ਕਹਿਣ ਦਾ ਭਾਵ ਕਿ ਸੈ ਤੋਂ ਸ਼ੁਰੂ ਹੋ ਕੇ, ਸੈ ਤੋਂ ਸ਼ੁਰੂ ਹੋ ਕੇ ਐ ਤੇ ਖਤਮ। ਇਹ ਆਪਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਹੁਣ ਜਦੋਂ ਆਪਾਂ ਨੂੰ ਇਹਦੀ ਰਾਗ ਧਿਆਨ ਹੈ, ਆਪਾਂ ਨੂੰ ਰਾਗ ਧਿਆਨ ਹੈ ਆਸਾ ਰਾਗ, ਤੇ ਆਸਾ ਰਾਗ ਦੇ ਅੰਦਰ ਵੀ ਦੇਖੋ ਦੋ ਸ਼ਬਦ ਆਏ ਸੈ ਤੇ ਐ, ਤੇ ਬਸ ਇਹਦੇ ਨਾਲ ਆਪਾਂ ਨੂੰ ਜੋੜ ਲੈਣਾ ਬਈ ਆਸਾ ਸੈ, ਸੈ ਨਾਲ ਆ ਔਰ ਐ ਨਾਲ ਆ। ਬਈ ਸੈ ਤੋਂ ਤਾਂ ਪੱਟੀ ਬਾਣੀ ਸ਼ੁਰੂ ਹੁੰਦੀ ਹੈ ਔਰ ਐ ਤੇ ਖਤਮ ਹੁੰਦੀ ਹੈ। ਇਸ ਤਰੀਕੇ ਨਾਲ ਆਪਾਂ ਨੂੰ ਸਮਝ ਲੈਣਾ ਹੈ ਤਾਂ ਕਿ ਆਪਾਂ ਭੁੱਲੀਏ ਨਾ, ਕੱਲ ਨੂੰ ਆਪਾਂ ਭੁੱਲ ਵੀ ਜਾਈਏ ਤਾਂ ਆਪਾਂ ਨੂੰ ਪੱਟੀ ਆਵੇ ਪਹਿਲੇ ਗੁਰੂ, ਪੈ ਤੇ ਪਹਿਲਾ ਗੁਰੂ, ਪੱਟੀ 35 ਪਦੇ ਤੇ ਪੱਟੀ ਨਾਲ ਕੀ ਆਸ ਜਾਗਦੀ ਹੈ, ਰਾਗ ਆਸਾ। ਹੋਰ ਆਸਾ ਰਾਗ ਦੇ ਵਿੱਚ ਵੀ ਜਦੋਂ ਆਪਾਂ ਨੂੰ ਰਾਗ ਆਸਾ ਆ ਗਿਆ ਆਪਾਂ ਨੂੰ ਭੁੱਲਣ ਦੀ ਲੋੜ ਨਹੀਂ ਹੈ, ਸਮਝਣਾ ਇਹਨੂੰ ਬਸ ਪਲਟਾ ਕੇ ਲਿਖਣਾ ਹੈ, ਸੈ ਤੋਂ ਸ਼ੁਰੂ ਔਰ ਐ ਤੇ ਖਤਮ। ਹੁਣ ਆਪਾਂ ਚਰਚਾ ਕਰਦੇ ਹਾਂ ਅਗਲੀ ਬਾਣੀ। ਹਾਂ ਬਈ ਇੱਕ ਗੱਲ ਹੋਰ ਜਿਹੜੀ ਤੁਲਨਾਤਮਕ ਅਧਿਐਨ ਹੈ ਉਹ ਆਪਣਾ ਰਹਿ ਗਿਆ। ਜਿਵੇਂ ਪੱਟੀ ਬਾਣੀ ਹੈ
पट्टी बाणी एक तो अपने पहले गुरु ने लिखे है और 35 पदे। इस प्रकार आ चीज भी आपको ध्यान रखनी है, आ चीज भी ध्यान रखनी है कि भाई तीजे गुरु श्री गुरु अमरदास जी ने भी बाणियां लिखी है, परंतु उनकी पौड़ियां कितनी है, इंदिया 35 है, 35 का अद्धा कर दो भाई, 35 का अद्धा 17.5 मतलब कहने का भाव 18। तो हुण अपने दिमाग के गल बिल्कुल क्लीयर होनी चाहिए है, पट्टी है जी दो गुरुओं ने लिखी है, पहले गुरु श्री गुरु नानक देव जी ने और तीजे गुरु श्री गुरु अमरदास जी ने। कोई भी चीज तुम बनाओ एनू चंगी तरह समझ लेना, भाई तीजे गुरु ने भी पट्टी लिखी है, पर उन्होंने की है, इन्होंने 35 है तो उन्होंने अद 18 पदे की वो रचना है। उस तो बाद अगे दखणी ओंकार, दखणी ओंकार जी बाणी है वह भी वर्णमाला उत्ते आधारित है। यह वर्णमाला के उत्ते आधारित है, परंतु इस विच थोड़ा जा फर्क है। पट्टी के उत्ते कोई भी जो पट्टी बाणी सी उनदे विच कोई भी जो नवा पद आंदा सी वो उसी वर्णमाला तो आधारित होंदा सीगा, शुरू होंदा सी, परंतु इस चावे नहीं है। यह वर्णमाला के उत्ते आधारित जरूर है, वर्णमाला आधारित, वर्णमाला उत्ते आधारित जरूर है, परंतु इनके अखर है जेडे अखर क्रम है जेड़ा वो वर्णमाला तो शुरू नहीं होंदा। और पट्टी दे विच भी एवें सीगा, अखर वर्णमाला तो शुरू होंदा सीगा, परंतु तरतीब है जेड़ी वो अलग सी। तरतीब के बारे आ कहा जाता है पट्टी बाणी के अंतर्गत, तरतीब के बारे आ कहा जाता है भाई उस टाइम तरतीब है जी सैट नहीं सी, गुरु अंगद देव जी ने सैट की सी, तां इस कारण हो सकता है कि वह सै तो शुरू है और ऐ ते खत्म है। हुण आपां गल कर रहे हैं दखणी ओंकार बारे। दखणी ओंकार है जी बाणी वह भी वर्णमाला उत्ते आधारित है, परंतु उनके वर्ण तो शुरू होकर पद शुरू नहीं होंगे, परंतु उनका जिहड़ा सारा बेस है वो वर्णमाला के उत्ते आधारित है। जो आप पढ़ते हैं तो आप पाने कि आ बाणी है जी वो वर्णमाला के उत्ते आधारित है। दखणी ओंकार दे विच की है कि 54 पदे है, 54 पदे या कह लो 54 पौड़ी। ते एक राग केड़ी है, राग रामकली है, रामकली राग। हुण आपां नूं 54 पदे है वो याद, सिर्फ ध्यान देने की लोड़ है, तुहानूं अपने आप याद हो जाएगा। जिवें तुसीं आ देखो दखणी, दखणी जे आपां लिखीए इस तरीके नाल दखणी लिखिया जाता है, तो इस नूं अगर आपां उल्टा करिए तो 5 बनता है, और इस विचों आपां 4 ले लिया। दै नूं अगर उल्टा करिए 5 बनूगा, और इस चों आपां 4 ले लिया, 54 हो गया। जदों तुसीं दखणी नूं ध्यान नाल देखोगे तुहानूं 54 दिखेगा। ये मेरा विचार है, अगर तुहानूं वैसे भी याद रह जाए या कोई होर तरीका हो तो कोई दिक्कत वाली गल नहीं है। ये मैं अपना जिहड़ा तरीका सी, मैं जदों इस दखणी नूं देखदा तो मैनूं इहदे विचों ही दिखदा कि 54 हैगा भी, 54 पदे है और राग की है, रामकली राग है। और इस विच जिहड़ी विचारधारा है वो गुरमुख विचारधारा उत्ते आधारित है। गुरमुख विचारधारा, गुरमुख विचारधारा उत्ते जोर दिता गया दखणी ओंकार के अंतर्गत। और दस्सिया तुसीं गुरमुख विचारधारा नूं अपना के किवें परमात्मा तक पहुंचोगे और तुहाडी मुक्ति हो जाएगी। ये गल है जिहड़ी दखणी ओंकार दे अंदर है। अज आपां इन्ना ही पढ़ांगे और बाकी पढ़ांगे अगली क्लास दे विच। जे तुसीं चाहते हो ऑनलाइन कोर्स लेना या कोचिंग लेना तो मेरे नंबर दिते हुए हैं, उस दे उत्ते तुसीं संपर्क कर सकते हो। अगर कोई भी इनदे विचों तुहानूं समझ ना आया होवे तो तुसीं पिछे जाके रिपीट कर सकते हो, 2 बार देख लो, इस कारण बार बार दोहराया नहीं गया है। धन्यवाद।